ना पूरे पाकिस्तान चैनल होएगा कि अगर कोई भी कंपनी वो मिल्लत कंपनी हो फीएट कंपनी हो बराक वो एटीएस वो फलाना वो अपना ट्रैक्टर लैके चल जान कोई आम बंदा भी लैके चल जाए वो पावर चैक कर ले इंशाअल्लाह ताला 125 हार्स पावर का ट्रैक्टर होएगा 125 हार्स पावर का इंजन होएगा गेयर वो चेंज होएगा पिछला हिस्सा वो चेंज होएगा मेड इन देखो यूके लिखा हुआ ऊपर हाँ जी यूके लिखा ना मेड इन यूके ये इंग्लैंड का पंप दूसरी मजे की गल ये है भी ये स्टैंडाइन पंप जो है ना जी हाँ जी ਤੁਸੀਂ ਡੈਲਫੀ ਦਾ ਉਤਾਰਨਾ ਵਾ ਇਹ ਲਾ ਲੈਣਾ ਵਾ ਅੱਛਾ ਆਮ ਜਿਹੜੇ ਆਪਣੇ ਪਹਿਲੇ ਜਿਹੜੇ ਸਟੈਂਡਰਡ ਪੰਪ ਆਉਂਦੇ ਨਾ ਉਹਨਾਂ ਦੇ ਨਾਲ ਅੱਗੇ ਉਹ ਗਰਾਰੀ ਚੇਂਜ ਕਰਨੀ ਪੈਂਦੀ ਆਪਾਂ ਪਹਿਲੇ ਤੋਂ ਲਾਇਆ ਸੀ ਡੈਲਫੀ ਦਾ ਜੈਨੂਅਨ ਸੀਗਾ ਜੀ ਜੀ ਫਿਰ ਆਪਾਂ ਇਹਨੂੰ ਲਾਇਆ ਸੀ ਜਿਹੜਾ ਉਹ 에ਅਰ ਲਾਕ ਨਹੀਂ ਹੋਵੇ ਟਰੈਕਟਰ ਠੀਕ ਹੈ ਜੀ ਉਹ ਲੱਗਾ ਸੀ ਹੁਣ ਆਪਾਂ ਇਹਨੂੰ ਸਟੈਂਡਰਡ ਦਾ ਪੰਪ ਲਾਇਆ ਵਾ ਇਹ ਅਮਰੀਕਾ ਦਾ ਪੰਪ ਹੈ ਇਹ ਹੈ ਕਿ ਆਪਣੇ ਆਰਪੀਐਮ ਟਰੈਕਟਰ ਨਹੀਂ ਤੋੜਦਾ ਹੈਗਾ ਆਪਣਾ ਟਰੈਕਟਰ ਮੋਸ਼ਨ 'ਚ ਰਹਿੰਦਾ ਵਾ ਡੀਜ਼ਲ ਦਾ ਖਰਚੇ ਦੇ ਨਾਲ ਘੱਟ ਹੋ ਜਾਂਦਾ ਵਾ ਆਪਾਂ ਪਲੇਟਫਾਰਮ ਨੂੰ ਛੇੜਿਆ ਨਾ ਫਿਰ ਇਹ ਜਿਹੜਾ ਇੱਥੋਂ ਹੁੰਦਾ ਸੀ ਨਾ ਉਹ ਫਿਰ ਥੱਲੇ ਲੱਗਦਾ ਸੀ ਫਰਸ਼ ਦੇ ਨਾਲ ਲੱਗਦਾ ਇਹ ਇਹਨੂੰ ਫੇਸ ਵਾਸਤੇ ਬੈਂਡ ਦਿੱਤਾ ਸਹੀ ਜਿਹੜਾ ਹੈ ਸੀ ਨਾ 455 ਮੈਸੀ ਦਾ ਟਰੈਕਟਰ ਜੀ ਇਹ ਉਹਦਾ ਕਲਚ ਪੈਡਲ ਜਿਹੜੇ ਨਾ ਸੇਮ ਟੈਂਕੀ ਤੋਂ ਡੀਜ਼ਲ ਆ ਰਿਹਾ ਜੀ ਡੀਜ਼ਲ ਲੈ ਰਿਹਾ ਅੰਦਰ ਜਾ ਰਿਹਾ ਜੀ ਇੱਥੋਂ ਡੀਜ਼ਲ ਨੂੰ ਠੰਡਾ ਹੋ ਕੇ ਫਿਰ ਡੀਜ਼ਲ ਅੱਗੇ ਜਾ ਰਿਹਾ ਡੀਜ਼ਲ ਠੰਡਾ ਕਰਨ ਵਾਲਾ ਜਿਹੜਾ 2024 ਦਾ ਮਾਡਲ ਆਇਆ ਨਾ ਇੰਡੀਅਨ ਟਰੈਕਟਰ ਤੇ ਮੈਸੀ ਦਾ ਉਹ ਤੋਂ ਫਿਰ ਦੇਖਿਆ ਕਿ ਡੀਜ਼ਲ ਠੰਡਾ ਕਰਨ ਦਾ ਫਾਇਦਾ ਕੀ ਹੈ ਡੀਜ਼ਲ ਜਦੋਂ ਠੰਡਾ ਹੁੰਦਾ ਨਾ ਜੀ ਉਹਦੇ ਵਿੱਚ ਡੀਜ਼ਲ ਦੀ ਫਿਰ ਐਵਰੇਜ ਬਿਹਤਰ ਹੋਏ अस्सलाम वालेकुम ਦੋਸਤੋ ਆਪਣਾ ਚੈਨਲ ਪੀਕੇ YouTube ਚੈਨਲ 'ਚ ਖੁਸ਼ ਆਮਦੀਦ ਕਹਿੰਦੇ ਜੀ ਸਾਰੇ ਭਰਾਵਾਂ ਨੂੰ ਅੱਜ ਮੌਜੂਦ ਹਾਂ ਜੀ ਅਰਸਲ ਫਾਰਮ ਚੀਚਾ ਬੱਤਰੀ ਫਾਰਮ ਤੇ ਮੌਜੂਦ ਹਾਂ ਜੀ ਤੇ ਇਹ ਜੀ 385 ਐਕਸਟਰਾ ਚੌਰੀ ਸਾਹਿਬ ਨੇ ਤਿਆਰ ਕੀਤਾ ਸੀ ਤੇ ਕਾਫੀ ਜ਼ਿਆਦਾ ਹੈ ਟਰੈਕਟਰ ਦੀ ਧੂਮ ਆ ਬਾਕੀ ਮਜ਼ੀਦ ਚੌਰੀ ਸਾਹਿਬ ਨੇ ਇਹਦੇ ਵਿੱਚ ਮਜ਼ੀਦ ਤਬਦੀਲੀਆਂ ਕੀਤੀਆਂ ਨੇ ਉਹ ਵੀ ਤੁਹਾਡੇ ਨਾਲ ਸ਼ੇਅਰ ਕਰਦੇ ਆ ਕਾਫੀ ਦੋਸਤ ਕਹਿ ਰਹੇ ਸਾਡੇ ਖੁਦ ਵੀ ਕਹਿ ਰਹੇ ਕੈਸਾ ਤਜਰਬਾ ਰਿਹਾ ਇਹਨਾਂ ਨੇ ਸਟੈਂਡਰਡਾਈਨ ਪੰਪ ਲਾਇਆ ਸੀ ਚੌਧਰੀ ਸਾਹਿਬ ਨੇ ਤੁਹਾਨੂੰ ਮੈਂ ਚੈੱਕ ਕਰਾ ਦਿਆਂ ਜੀ ਆ ਚੈੱਕ ਕਰੋ ਸਟੈਂਡਰਡਾਈਨ ਸਪੈਸ਼ਲ ਪੰਪ ਇਹਨਾਂ ਨੇ ਜੀ ਇਹਦੇ ਵਿੱਚ ਇੰਸਟਾਲ ਕੀਤਾ ਚਾਬੀ ਵਾਲਾ ਤੇ ਇਹਦੇ ਤੇ ਗੱਲਬਾਤ ਕਰਾਂਗੇ ਚੌਧਰੀ ਸਾਹਿਬ ਨਾਲ ਕਿ ਕੀ ਐਕਸਪੀਰੀਅੰਸ ਰਿਹਾ ਕੈਸਾ ਰਿਹਾ ਐਕਸਪੀਰੀਅੰਸ ਬਾਕੀ ਮਜ਼ੀਦ ਇਹਦੇ 'ਚ ਜਿਹੜੀ ਤਬਦੀਲੀਆਂ ਕੀਤੀਆਂ ਉਹ ਤੁਹਾਡੇ ਨਾਲ ਸ਼ੇਅਰ ਕਰਦੇ ਹਾਂ ਮਜ਼ੀਦ ਡਿਟੇਲ ਤੁਹਾਡੇ ਨਾਲ ਸ਼ੇਅਰ ਕਰਦੇ ਹਾਂ ਉਹਨਾਂ ਦੀ ਜ਼ੁਬਾਨੀ ਇਹ ਜੀ 2023 ਮਾਡਲ ਹੈ ਇਹ ਚੈੱਕ ਕਰੋ ਇਹ ਤਾਂ ਟਾਇਰ ਵੀ ਉਹਨਾਂ ਫਰੰਟ ਚੇਂਜ ਕਰਤੇ ਨੇ ਠੀਕ ਹੈ ਜੀ ਇਹ ਚੈੱਕ ਕਰੋ ਕੋਈ ਚਾਈਨਾ ਦੀ ਕੰਪਨੀ ਹੈ 750-20 ਦੇ ਨੇ ਟਾਇਰ ਬਾਕੀ ਇਸ ਤੋਂ ਇਲਾਵਾ ਬੋਤਲਾਂ ਵੀ ਚੇਂਜ ਕੀਤੀਆਂ ਨੇ ਛੋਟੀਆਂ ਕਰ ਦਿੱਤੀਆਂ ਅੱਗੇ ਨਾਲੋਂ ਗੱਲਬਾਤ ਕਰਦੇ ਤੁਹਾਡੇ ਨਾਲ ਡਿਟੇਲ ਸ਼ੇਅਰ ਕਰਦੇ ਵੀਡੀਓ ਦੋਸਤੋ ਐਂਡ ਤੱਕ ਦੇਖਣੀ ਲਾਈਕ ਸ਼ੇਅਰ ਕਰਨਾ ਹਾਂਜੀ अस्सलाम वालेकुम जी वालेकुम सलाम जी ਚੌਧਰੀ ਸਾਹਿਬ ਕੀ ਹਾਲ ਹੈ ਠੀਕ ਠਾਕ ਹੋ ਅੱਲਾ ਦਾ ਸ਼ੁਕਰ ਜੀ ਅੱਛਾ ਜੀ ਇਹ ਜੀ ਮਾਸ਼ਾਅੱਲਾ ਟਰੈਕਟਰ ਤੁਸੀਂ ਤਿਆਰ ਕੀਤਾ ਸੀ ਜੀ ਜੀ ਤੇ ਉਸ ਤੋਂ ਬਾਅਦ ਮਜ਼ੀਦ ਇਹਦੇ ਵਿੱਚ ਤੁਸੀਂ ਤਬਦੀਲੀਆਂ ਕੀਤੀਆਂ ਨੇ ਜੀ ਜੀ ਬਾਕੀ ਸਾਨੂੰ ਤੁਸੀਂ A to Z ਇਹਦੇ ਤਬਦੀਲੀਆਂ ਦੱਸਣੀਆਂ ਨੇ ਜਿਹੜੀਆਂ ਤੁਸੀਂ ਇਹਦੇ ਵਿੱਚ ਚੇਂਜਿੰਗ ਕੀਤੀਆਂ ਨੇ ਜੀ ਜੀ ਬਿਲਕੁਲ ਜੀ ਸਭ ਤੋਂ ਪਹਿਲਾਂ ਇਹ ਟਾਇਰ ਤੁਸੀਂ ਫਰੰਟ ਤੋਂ ਸ਼ੁਰੂ ਹੋ ਜਾਂਦੇ ਇਹ ਦੁਬਾਰਾ ਫੇਰ ਤੁਸੀਂ ਚੇਂਜ ਕਰ ਦਿੱਤੇ ਜੀ ਇਹ ਟਾਇਰ ਜਿਹੜੇ ਆਪਾਂ ਨੇ ਇਹ ਪਾਏ ਆ 750-16 ਦੇ ਜੀ 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 ਪਹਿਲੇ ਉਹ ਕੱਟ ਗੁੱਡੀ ਵਾਲੇ ਸੀ ਆਪਣੇ ਪੈਂਥਰ ਦੇ ਸੀਗੇ ਜੀ 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 ਇਹ ਆਪਣੇ ਕੋਲ ਇੰਡੀਆ ਦੇ ਪਏ ਸੀਗੇ ਜੀ ਇਹ ਆਪਾਂ ਫਿਰ ਇੰਡੀਆ ਦੇ ਪਾਇਆ ਜੀ ਇਹ 750-20 ਹਾਂਜੀ 750-20 ਦੇ ਜੀ ਅੱਛਾ ਸ਼ਾਇਦ ਉਹ ਹੀ ਉਚਾਈ ਹਾਂਜੀ ਉਚਾਈ ਉਹ ਗੁੱਡੀ ਵਾਲੇ ਆ ਇਹਦੀ ਥੋੜੀ ਜਿਹੀ ਉਚਾਈ ਉਹਨਾਂ ਨਾਲੋਂ ਘੱਟ ਵਾ ਉਹ ਜ਼ਿਆਦਾ ਉੱਚੀ ਹੈ ਥੋੜੀ ਜਿਹੀ ਥੋੜੀ ਉਚਾਈ ਘੱਟ ਹੋਈ ਜੀ ਠੀਕ ਹੋ ਗਿਆ ਇਹਦੇ ਨਾਲ ਇਹ ਹੈ ਜੀ ਸਟੀਅਰਿੰਗ ਜਿਹੜੀ ਹੈ ਹੋਰ ਸਮੂਥਨੈਸ ਹੋ ਗਿਆ ਬਿਲਕੁਲ ਹਾਂਜੀ ਬਿਲਕੁਲ ਜੀ ਇਹ ਦੇਖੋ ਨਾ ਜੀ ਤੁਸੀਂ ਜ਼ਮੀਨ ਦੇ ਉੱਪਰ ਅੱਗੇ ਵੀ ਸਾਈਡ ਤੇ ਇਹ ਗੁੱਡੀ ਦੇਖੋ ਇੱਕ ਹੀ ਲੱਗਦੀ ਹੈ ਸਹੀ ਥੱਲੇ ਹਾਂਜੀ ਇਹ ਇੱਕ ਹੀ ਲੱਗ ਰਹੀ ਹੈ ਵਿੱਚ ਬਾਕੀ ਦੇਖੋ ਥੱਲੇ ਰਸਤਾ ਹੈ ਉਹਦਾ ਹਾਂਜੀ ਪੂਰਾ ਟਾਇਰ ਨਹੀਂ ਇਹਦਾ ਥੱਲੇ ਲੱਗਦਾ ਸੈਂਟਰ ਦੀ ਇਹਦਾ ਥੱਲੇ ਲੱਗਦਾ ਇਹ ਚੌਧਰੀ ਸਾਹਿਬ ਆਪਣੇ ਪਾਕਿਸਤਾਨੀ ਲੋਕਲ ਟਾਇਰ ਵੀ ਹੈ ਨੇ ਇਹ ਡਿਜ਼ਾਈਨ ਇਹ ਸ਼ੇਪ ਦੇ ਵਿੱਚ ਜੀ ਜੀ ਬਿਲਕੁਲ ਜੀ ਉਹਨਾਂ ਦੇ ਕੀ ਗੁੱਡੀ ਐਵੇਂ ਹੀ ਉੱਚੀ ਹੁੰਦੀ ਹੈ ਜਾਂ ਉਹਦੇ ਹੈ ਫਰਕ ਨਹੀਂ ਉਹਦੇ ਵਿੱਚ ਨਹੀਂ ਇਹਦੀ ਗੁੱਡੀ ਉੱਚੀ ਹੁੰਦੀ ਹੈ ਜਿਹੜੀ ਉਹ ਹੁੰਦੀ ਨਾ ਆਪਣੇ 750-16 ਦਾ ਉਹਦੀ ਤਕਰੀਬਨ ਬਰਾਬਰ ਹੁੰਦੀ ਲੇਕਿਨ ਇਹਦੀ ਇਹਨਾਂ ਦੇ ਨਾਲੋਂ ਹੈ ਨਾ ਗੁੱਡੀ ਉੱਚੀ ਹੈ ਕਾਫੀ ਉੱਚੀ ਹੈ ਚੈੱਕ ਕਰੋ ਜੀ ਬਿਲਕੁਲ ਇਹ ਜਿੰਨੀ ਉੱਚੀ ਹੋਏਗੀ ਉਨਾ ਜੀ ਹਾਂਜੀ ਸਮਝ ਲਓ ਟਰੈਕਟਰ ਜਿਹੜਾ ਹੈਗਾ ਸਟੀਅਰਿੰਗ ਦੇ ਉੱਤੇ ਭਾਰ ਨਹੀਂ ਪੈਂਦਾ ਨਾ ਆਹੀ ਜਗ੍ਹਾ ਮੋੜ ਦਿਓ ਉੱਪਰੋਂ ਹਾਂ ਹਾਂਜੀ ਬਾਕੀ ਜੀ ਮਜ਼ੀਦ ਤੁਸੀਂ ਇਹਦੀਆਂ ਬੋਤਲਾਂ ਵੀ ਚੇਂਜ ਕੀਤੀਆਂ ਹਾਂਜੀ ਇਹ ਬੋਤਲਾਂ ਇਹਦੀਆਂ ਚੇਂਜ ਕੀਤੀਆਂ ਵਾ ਇਹਦੀ ਹਾਈਟ ਜਿਹੜੀ ਹੈਗੀ ਆ ਆਮ ਜਿੱਥੇ ਟਰੈਕਟਰ ਹੁੰਦਾ ਨਾ ਉਨੀ ਹਾਈਟ ਕੀਤੀ ਹੋਈ ਹੈ ਇਹਦੀ ਠੀਕ ਹੋ ਗਿਆ ਇਹ ਹੁਣ ਦੁਬਾਰਾ ਚੇਂਜ ਕੀਤੀਆਂ ਜਾਂ ਪਹਿਲਾਂ ਨਹੀਂ ਇਹ ਦੁਬਾਰਾ ਚੇਂਜ ਕੀਤੀ ਸੀ ਅੱਛਾ ਡਿਲੈਕਸ ਜਿਹੜਾ ਕੰਪਨੀ ਦੇ ਰਹੀ ਹੈ ਹਾਂਜੀ ਹਾਂਜੀ ਉਹਦੀਆਂ ਵੀ ਕੀ ਇੰਨੀਆਂ ਵੱਡੀਆਂ ਨੇ ਹਾਂਜੀ ਉਹ ਵੀ ਇੰਨੀ ਹੈਗੀ ਉਹ ਵੀ ਇੰਨੀ ਹੈ ਉਹ ਵੀ ਏਡੀਆਂ ਹੀ ਹਾਂਜੀ ਤਕਰੀਬਨ ਇੰਨੀ ਹੈ ਅੱਛਾ ਜੀ ਬਾਕੀ ਮਜ਼ੀਦ ਤੁਸੀਂ ਇਹਨੂੰ ਸਟੈਂਡਰਡਾਈਨ ਪੰਪ ਲਾਇਆ ਹਾਂਜੀ ਇਹਨੂੰ ਆਪਾਂ ਪਹਿਲੇ ਤੋਂ ਲਾਇਆ ਸੀ ਡੈਲਫੀ ਦਾ ਜੈਨੂਅਨ ਸੀਗਾ ਜੀ 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 ਫਿਰ ਆਪਾਂ ਇਹਨੂੰ ਲਾਇਆ ਸੀ ਜਿਹੜਾ ਉਹ 에ਅਰ ਲਾਕ ਨਹੀਂ ਹੋਵੇ ਟਰੈਕਟਰ ਠੀਕ ਹੈ ਜੀ ਉਹ ਲੱਗਾ ਸੀ ਹੁਣ ਆਪਾਂ ਇਹਨੂੰ ਸਟੈਂਡਰਡਾਈਨ ਦਾ ਪੰਪ ਲਾਇਆ ਵਾ ਇਹ ਅਮਰੀਕਾ ਦਾ ਪੰਪ ਹੈ ਜੀ
ਠੀਕ ਹੋ ਇਹ ਜਿਹੜੇ ਅੱਗੇ ਕੰਪਨੀ ਲਾ ਰਹੀ ਸੀ ਉਹ ਨਹੀਂ ਹੈ ਪੰਪ ਇਹ ਅੱਛਾ ਇਹ ਹੋਰ ਵਾ ਜੀ ਚੀਜ਼। ਹਾਂਜੀ ਜੇ ਭਾਈ ਇਸ ਪੰਪ ਦਾ ਫਾਇਦਾ ਕੀ ਤੇ ਨੁਕਸਾਨ ਕੀ ਹੈ? ਇਹਦਾ ਇਹ ਹੈ ਕਿ ਆਪਣੇ ਆਰਪੀਐਮ ਟਰੈਕਟਰ ਨਹੀਂ ਤੋੜਦਾ ਹੈਗਾ, ਆਪਣਾ ਟਰੈਕਟਰ ਮੋਸ਼ਨ 'ਚ ਰਹਿੰਦਾ ਵਾ, ਡੀਜ਼ਲ ਦਾ ਖਰਚੇ ਦੇ ਨਾਲ ਘੱਟ ਹੋ ਜਾਂਦਾ ਵਾ। ਆਪਾਂ ਇੱਕ ਨਵਾਂ ਵੀ ਮੰਗਵਾਇਆ ਵਾ ਸਟੈਨਾਡਾਈਨ ਦਾ ਪੰਪ ਇੱਕ, ਉਹ ਵੀ ਇਨਸ਼ਾਅੱਲਾ ਤਾਲਾ ਲਾਵਾਂਗੇ। ਦੂਸਰੇ ਪੰਪਾਂ ਦੇ ਬਾਰੇ ਦੱਸੋ, ਉਹਨਾਂ ਦਾ ਕੀ ਫਾਇਦਾ ਵਾ ਤੇ ਕੀ ਨੁਕਸਾਨ ਆ? ਦੇਖੋ ਜੀ ਉਹਦੇ ਵੀ ਉਹ ਜਿਹੜੇ ਪਹਿਲੇ ਪੰਪ ਉਹ ਵੀ ਠੀਕ ਆ ਪੰਪ, ਉਹ ਡੈਲਫੀ ਦੇ ਪੰਪ ਹੁੰਦੇ, ਸਟੈਨਾਡਾਈਨ ਦਾ ਪੰਪ ਇਹ ਵੀ ਆਰਪੀਐਮ ਆਪਦੇ ਨਹੀਂ ਘਟਾਉਂਦਾ ਹੈਗਾ। ਠੀਕ ਹੈ ਜੀ, ਬਸ ਇਹੀ ਹੁੰਦਾ ਇਹਦੇ ਵਿੱਚ, ਬਾਕੀ ਡੀਜ਼ਲ ਦਾ ਖਰਚਾ ਘੱਟ ਕਰ ਜਾਂਦਾ ਇਹ। ਅੱਛਾ ਡੀਜ਼ਲ ਦਾ ਖਰਚਾ ਘੱਟ ਹੈ, ਆਰਪੀਐਮ ਜਿਹੜਾ ਵਾ ਉਹ ਨਹੀਂ ਹਾਂਜੀ ਉਹ ਨਹੀਂ ਤੋੜਦਾ। ਹਾਂਜੀ ਮੋਸ਼ਨ ਵੀ ਵੱਧ ਜਾਂਦਾ ਹੈ। ਹਾਂਜੀ ਜ਼ਾਹਰੀ ਗੱਲ ਹੈ, ਜਦੋਂ ਆਰਪੀਐਮ ਅਗਰ 1800 ਤੇ ਆਪਾਂ ਕਰੀਏ ਇਹਨੂੰ ਲੋਡ ਤੇ ਜਾ ਕੇ 1700 ਤੇ ਆ ਜਾਂਦਾ ਵਾ, ਉਹ ਅਗਰ ਆਪਾਂ 1800 ਤੇ ਕਰੀਏ ਤੇ ਉਹ 1500 1600 1550 ਤੇ ਆ ਜਾਂਦਾ, ਉੱਥੇ ਆਰਪੀਐਮ ਘਟ ਜਾਂਦੇ ਨਾ, ਫਿਰ ਉੱਥੇ ਖਚਾਈ ਜੀ ਫਰਕ ਪੈ ਜਾਂਦਾ। ਅੱਛਾ ਇਹ ਜੋ ਸਾ ਤੁਸੀਂ ਦੱਸਦੇ ਪਏ ਸਪੈਸ਼ਲ ਸਟੈਨਾਡਾਈਨ ਦਾ ਪੰਪ ਹੈ? ਹਾਂਜੀ ਬਿਲਕੁਲ ਜੀ, ਇਹ ਸਟੈਨਾਡਾਈਨ ਦਾ ਮੇਡ ਇਨ, ਇਹ ਦੇਖੋ ਯੂਕੇ ਲਿਖਿਆ ਹੋਇਆ ਉੱਪਰ। ਹਾਂਜੀ ਇਹ ਯੂਕੇ ਲਿਖਿਆ ਨਾ ਮੇਡ ਇਨ ਯੂਕੇ, ਇਹ ਇੰਗਲੈਂਡ ਦਾ ਪੰਪ ਹੈ ਇਹਦਾ ਜੀ। ਇੰਗਲੈਂਡ ਦਾ ਪੰਪ। ਹਾਂਜੀ ਦੂਸਰੀ ਮਜ਼ੇ ਦੀ ਗੱਲ ਇਹ ਹੈ ਵੀ ਇਹ ਸਟੈਨਾਡਾਈਨ ਪੰਪ ਜਿਹੜਾ ਹੈ ਨਾ ਜੀ, ਹਾਂਜੀ ਤੁਸੀਂ ਡੈਲਫੀ ਦਾ ਉਤਾਰਨਾ ਵਾ, ਇਹ ਲਾ ਲੈਣਾ ਵਾ। ਅੱਛਾ ਆਮ ਜਿਹੜੇ ਆਪਣੇ ਪਹਿਲੇ ਜਿਹੜੇ ਸਟੈਨਾਡਾਈਨ ਪੰਪ ਹੁੰਦੇ ਨਾ, ਉਹਨਾਂ ਦੇ ਨਾਲ ਅੱਗੇ ਉਹ ਗਰਾਰੀ ਚੇਂਜ ਕਰਨੀ ਪੈਂਦੀ ਹੈ। ਠੀਕ ਹੈ। ਇਹਦੀ ਗਰਾਰੀ ਨਹੀਂ ਚੇਂਜ ਕਰਨੀ, ਇਹ ਤਾਰੋ ਡੈਲਫੀ ਲਾ ਦਿਓ, ਇਹ ਲਾ ਦਿਓ। ਇਹ ਮੈਂ ਤੁਹਾਡੇ ਕੋਲ ਫਰਕ ਪੁੱਛਣਾ ਹੈ ਵੀ ਆਮ ਜਿਹੜਾ ਲੋਕਲ ਸਟੈਨਾਡਾਈਨ ਹੈ। ਹਾਂ ਨਹੀਂ ਉਹਨੂੰ ਆਪਾਂ ਗਰਾਰੀ ਅੱਗੇ ਚੇਂਜ ਕਰਨੀ ਪੈਂਦੀ ਹੈ। ਅੱਛਾ ਅੱਛਾ ਠੀਕ ਹੈ ਜੀ, ਨੋਜ਼ਲਾਂ ਵੀ ਚੇਂਜ ਕਰਨੀਆਂ ਪੈਂਦੀਆਂ, ਇਹਦੇ ਕੋਈ ਨੋਜ਼ਲਾਂ ਨਹੀਂ ਚੇਂਜ ਕੀਤੀਆਂ, ਉਹੀ ਨੋਜ਼ਲਾਂ ਵਾ, ਐਡੀ ਇਹਨੂੰ ਲਾਤਾ ਫਿਕਸ। ਅੱਛਾ ਐਵੇਂ ਹੀ ਉਹ ਲਾ ਕੇ ਤੇ ਇਹ ਲਾਤਾ। ਹਾਂਜੀ ਇਹਦੀ ਗਰਾਰੀ ਨਹੀਂ ਚੇਂਜ ਕਰਨੀ ਪਈ ਆਪਾਂ ਨੂੰ। ਹਾਂ ਇਹ ਸਪੈਸ਼ਲ ਤੁਸੀਂ ਬਾਹਰੋਂ ਇਹਨੂੰ ਮੰਗਵਾਇਆ ਹੈ? ਨਹੀਂ ਇੱਥੋਂ ਹੀ ਆਪਾਂ ਲਿਆ ਹੈਗਾ ਸੀਗਾ ਜੀ, ਆਪਣੇ ਇੱਕ ਦੋਸਤ ਹੀ ਆ ਉੱਥੇ ਜੀ ਜੀ ਕਸੂਰ, ਅੱਛਾ ਉਹਨਾਂ ਦੇ ਕੋਲੋਂ ਮੰਗਵਾਇਆ ਸੀ। ਅੱਛਾ ਚੋਈ ਸਾਹਿਬ ਮਜ਼ੀਦ ਤੁਸੀਂ ਇਹਦਾ ਬ੍ਰੇਕਾਂ ਬਾਰੇ ਆ ਜਿਹੜੇ ਤੁਸੀਂ ਇਹ ਤਿਆਰ ਕੀਤਾ ਸੀ, ਕਾਫੀ ਜ਼ਿਮੀਂਦਾਰ ਆਂਦੇ ਸੀ ਅੱਡੀ ਨਾਲ ਨੱਪਣੀ ਪੈਂਦੀ ਹੈ। ਦੇਖੋ ਜੀ ਮੈਂ ਇਹਦੇ ਉੱਪਰ ਹੁਣ ਚਲੇ ਜਾਂਦਾ ਜੀ ਇੱਕ ਦਫਾ, ਇਹਦਾ ਪਲੇਟਫਾਰਮ ਆ ਦੇਖੋ ਬਹੁਤ ਮਜ਼ਬੂਤ ਹੈ ਜੀ। ਇਹ ਦੇਖੋ ਨਾ ਜੀ, ਇਹ ਕਲਚ ਪੈਡਲ ਲੱਗਾ ਤਾਂ ਆਪਾਂ ਰੱਖਦੇ ਸੀ ਨਾ ਉਸੇ ਤਰ੍ਹਾਂ ਹੀ ਇਹਨੂੰ। ਹਾਂਜੀ ਤੇ ਫੇਰ ਆਪਣਾ ਕਲਚ ਪੈਡਲ ਜਿਹੜਾ ਸੀ ਇਹ ਉੱਪਰ ਸੀਗਾ, ਉਹ ਕਲਚ ਦਬਾਉਣ 'ਚ ਮਸਲਾ ਹੁੰਦਾ ਸੀ। ਇਹ ਦੇਖੋ ਨਾ, ਇਹ ਹੁਣ ਆਸਾਨੀ ਦੇ ਨਾਲ ਉੱਥੇ ਚੱਲ ਗਿਆ ਕਲਚ। ਇਹ ਦੇਖੋ ਨਾ ਹੁਣ ਤੁਸੀਂ ਇੱਥੋਂ ਜਾ ਕੇ ਨੱਪਿਆ, ਹਾਂਜੀ ਆ ਦੇਖੋ ਇਹ ਨਾ, ਪੂਰਾ ਜੇ ਪੱਬ ਨਾ ਨੱਪੇ ਜਾਂ ਅੱਡੀ ਨਾਲ, ਹੁਣ ਇਹ ਅੱਡੀ ਨਾਲ ਨੱਪਿਆ ਜਾਂਦਾ ਬਿਲਕੁਲ ਹੀ। ਇਹ ਦੇਖੋ ਨਾ, ਅੱਡੀ ਨਾਲ ਨੱਪਿਆ ਗਿਆ, ਇਹ ਤਾਂ ਸੈਂਟਰ 'ਚ ਵੀ ਨੱਪਿਆ ਗਿਆ। ਅੱਡੀ ਨਾਲ ਨੱਪੋ ਤੁਹਾਨੂੰ ਪਿੱਛੇ ਖੜਾ ਹੋਣਾ ਪੈਂਦਾ ਨਾ, ਜ਼ੋਰ ਲੱਗਦਾ ਜ਼ਿਆਦਾ। ਹਾਂਜੀ ਹਾਂਜੀ ਇਹਦੇ ਨਾਲ ਇਹ ਜ਼ਿਆਦਾ ਜਦੋਂ ਲੰਬਾ ਹੋਏਗਾ ਨਾ ਟਾਰਕ ਉਹਨਾਂ ਜਿਹੜਾ ਨਾ, ਇਹਦਾ ਇਸ ਤਰ੍ਹਾਂ ਹੋ ਗਿਆ ਨਾ ਜੀ, ਜਦੋਂ ਆਪਾਂ ਇਹਨੂੰ ਕੀਤਾ ਨਾ ਛੇੜਿਆ, ਜੇ ਆਪਾਂ ਪਲੇਟਫਾਰਮ ਨੂੰ ਛੇੜਿਆ ਨਾ ਫਿਰ ਇਹ ਜਿਹੜਾ ਇੱਥੋਂ ਹੁੰਦਾ ਸੀ ਨਾ, ਉਹ ਫਿਰ ਥੱਲੇ ਲੱਗਦਾ ਸੀ ਫਰਸ਼ ਦੇ ਨਾਲ। ਲੱਗਦਾ ਇਹ ਇਹਨੂੰ ਫੇਸ ਵਾਸਤੇ ਬੈਂਡ ਦਿੱਤਾ ਸਹੀ, ਜਿਹੜਾ ਹੈ ਸੀ ਨਾ 455 ਮੈਸੀ ਦਾ ਟਰੈਕਟਰ, ਜੀ ਜੀ ਇਹ ਉਹਦਾ ਕਲਚ ਪੈਡਲ ਜਿਹੜੇ ਨਾ ਸੇਮ ਹੋਵੇ ਸੀ। ਅੱਛਾ ਅੱਛਾ ਇਹ ਖੁਦ ਤੁਸੀਂ ਡਿਜ਼ਾਈਨ ਕਰਵਾਏ? ਹਾਂਜੀ ਇਹ ਖੁਦ ਡਿਜ਼ਾਈਨ ਕੀਤੇ ਆ ਜੀ, ਇਹ ਵੀ ਇਹ ਬ੍ਰੇਕ ਪੈਡਲ ਵੀ ਉਹ ਕੀਤੇ ਆ ਜੀ। ਠੀਕ ਹੋ ਗਿਆ। ਬਾਕੀ ਇਹ ਦੇਖੋ ਨਾ ਜੀ, ਇਹਦੇ ਵਿੱਚ ਹੁਣ ਗਰਮ ਹਵਾ ਆਉਣ ਦਾ ਕੋਈ ਨਹੀਂ ਹੈ, ਕਿੰਨਾ ਬਹੁਤ ਜ਼ਿਆਦਾ ਪਲੇਟਫਾਰਮ ਖੁੱਲਾ ਹੋ ਗਿਆ। ਠੀਕ ਹੋ ਗਿਆ। ਤੇ ਅੱਛਾ ਇਹ ਕਿਹੜੀ ਚੀਜ਼ ਹੈ ਜੀ? ਇਹ ਹੈ ਜੀ ਉੱਪਰ ਟਾਈਮ ਆ ਰਿਹਾ ਜੀ, ਹਾਂਜੀ ਅੰਦਰ ਇਹਦੇ ਤੁਸੀਂ ਚਾਰਜਿੰਗ ਵੀ ਲਾ ਸਕਦੇ ਆ, ਅਗਰ ਸਿਗਰਟ ਪੀਣ ਵਾਲਾ ਬੰਦਾ ਸਿਗਰਟ ਵੀ ਲਾ ਸਕਦਾ ਵਾ, ਜਾਂ ਇਹਦੇ ਵਿੱਚ ਵੀ ਮੋਬਾਈਲ ਚਾਰਜਰ ਤੁਸੀਂ ਲਾ ਸਕਦੇ ਆ ਜੀ। ਅੱਛਾ ਜੀ ਇਹ ਸਾਰਾ ਪੋਰਟ ਦਿੱਤਾ। ਹਾਂਜੀ VIP ਬਾਕੀ ਇਹ ਮੀਟਰ ਲੱਗੇ ਆ ਜੀ ਇਹਨੂੰ। ਤੇ ਸਟੀਅਰਿੰਗ ਵੀਲ ਜਿਹੜਾ ਇਹਦਾ ਹੈ ਜੈਨੂਇਨ 375 ਜਿਹੜੇ ਆਉਂਦੇ ਸੀ ਨਾ ਪਹਿਲੇ ਪੁਰਾਣੇ, ਹਾਂਜੀ ਇਹ ਉਹਨਾਂ ਵਾਲਾ ਲਾਇਆ ਹੋਇਆ ਜੀ ਆਪਾਂ। ਅੱਛਾ ਹਾਂਜੀ ਵੈਰੀ ਗੁੱਡ। ਪਰਲਾ ਵੀ ਹਾਂਜੀ ਪਾਲਾ ਵੀ ਚੇਂਜ ਹੈ ਜੀ ਇਹ ਮੀਟਰ। ਸੋਹਣਾ ਲੱਗਦਾ ਹੈ ਇਹ, ਹਾਂਜੀ। ਦੇਖੋ ਨਾ ਪੂਰਾ ਡੀਸੈਂਟ ਜਿਹਾ ਕੰਮ ਹੋਇਆ ਹੈ। ਬਾਕੀ ਪਲੇਟਫਾਰਮ ਬਹੁਤ VIP ਹੈ। ਹਾਂਜੀ ਬਾਕੀ ਸੀਟ ਜਿਹੜੀ ਇਹਦੀ ਹੈ ਜੀ, ਉਹ ਆਪਾਂ ਥੋੜੀ ਉੱਚੀ ਕੀਤੀ ਇਹਨੂੰ ਥੱਲਿਓਂ, ਕਿਉਂਕਿ ਉਹ ਵੀ ਡਰਾਈਵਰ ਦੀ ਪਹੁੰਚ ਤੇ ਆ ਜਾਵੇ। ਹਾਂ ਤੇ ਸਟੀਅਰਿੰਗ ਵੀਲ ਵੀ ਥੋੜਾ ਨਹੀਂ ਹੈ ਜੀ, ਛੋਟੇ ਕੱਦ ਹੋਵੇ ਜਾਂ ਵੱਡਾ ਕੱਦ ਹੋਵੇ। ਅੱਛਾ ਇਹਨਾਂ ਕੋਨੀਆਂ ਦੇਖੋ ਨਾ ਜੀ, ਬੈਠੇ ਆ ਸਟੀਅਰਿੰਗ ਤੁਹਾਡੇ ਬਿਲਕੁਲ ਕੋਲ ਆ ਗਿਆ। ਹਾਂ ਠੀਕ ਹੈ ਜੀ, ਕਿਉਂਕਿ ਇਹਦਾ ਸਟੀਅਰਿੰਗ ਨੂੰ ਵਧਾਇਆ ਵਾ ਅੱਗੇ ਨੂੰ ਨਾ, ਅੱਛਾ ਸਟੀਅਰਿੰਗ ਉੱਚਾ ਕੀਤਾ ਨਾ। ਉੱਚਾ ਆ ਗਿਆ। ਦੂਏ ਦਾ ਸਟੀਅਰਿੰਗ ਜਿਹੜਾ ਉਹ ਇੱਥੋਂ ਹੁੰਦਾ ਨਾ, ਇੱਥੇ ਹੁੰਦਾ, ਉਹ ਇੱਥੇ ਫਸ ਹੁੰਦਾ ਇੱਥੇ, ਹਾਂਜੀ ਇਹ ਉੱਪਰ ਆ ਗਿਆ ਨਾ, ਸਟੀਅਰਿੰਗ ਵੀ ਉੱਤੇ ਆ ਬਾਕੀ ਗਿਆ। ਕੰਪਨੀ ਨੇ ਇਹ ਨਹੀਂ ਨਾ ਚੇਂਜ ਕੀਤੀ, ਉਹਨਾਂ ਦੂਸਰੀ ਤੇ ਟੋਟਾ ਤੇ ਪਾ ਦਿੱਤਾ ਹੈ, ਲੇਕਿਨ ਜੋ ਤੁਸੀਂ ਹੁਣ ਇਜ਼ਾਫੀ ਚੇਂਜਿੰਗ ਕੀਤੀ ਹੈ। ਹਾਂਜੀ ਇਹ ਜ਼ਿਮੀਂਦਾਰ ਦੀ ਇਹ ਸੀਟ ਉੱਚੀ ਰਿਕੁਆਇਰਮੈਂਟ ਹੈ। ਹਾਂਜੀ ਸੀਟ ਉੱਚੀ ਕੀਤੀ ਹੈ ਨਾ ਥੋੜੀ। ਹਾਂਜੀ ਉਹ ਇਹ ਜ਼ਿਮੀਂਦਾਰ ਦੀ ਰਿਕੁਆਇਰਮੈਂਟ ਹੈ ਜਿਹੜੀ ਤੁਸੀਂ ਪੂਰੀ ਕਰ ਦਿੱਤੀ। ਨਹੀਂ ਪਹਿਲੇ ਇਹ ਦੇਖੋ ਨਾ ਜੀ, ਇਹ ਤਾਂ ਆਪਾਂ ਲਾਤੇ ਨਾ ਜੀ ਬੋਤਲ ਇਹਨੂੰ, ਹਾਂਜੀ ਇੱਥੋਂ ਇਹ ਕੂਲਰ ਲਏਗਾ, ਇੱਥੋਂ ਕੂਲਰ ਅੰਦਰ ਚੱਲ ਜਾਏਗਾ ਇਹਦੇ। ਅੱਛਾ ਠੀਕ ਹੋ ਗਿਆ ਜੀ। ਤੇ ਅਗਰ ਇਹਦਾ ਤੁਹਾਡਾ ਢੱਕਣ ਜਿਹੜਾ ਜੈਨੂਇਨ ਹੋਏਗਾ ਫੇਰ ਹੀ ਆਏਗਾ, ਅਗਰ ਜੈਨੂਇਨ ਨਹੀਂ ਹੋਏਗਾ ਫੇਰ ਨਹੀਂ ਆਏਗਾ। ਇਹ ਕੂਲਰ ਇਹਦੇ ਵਿੱਚ ਪਾਉਣਾ, ਇੱਥੋਂ ਹੀ ਵਾਪਸ ਚੱਲ ਜਾਣਾ, ਇੱਥੋਂ ਚੁੱਕ ਲੈਣਾ, ਤੇਲ ਪਾਉਣ ਦੀ ਉਹਦੇ ਵਿੱਚ ਤੁਹਾਨੂੰ ਜ਼ਰੂਰਤ ਕੋਈ ਨਹੀਂ ਆ ਜਾਣੀ। ਅੱਛਾ ਠੀਕ ਹੋ ਗਿਆ। ਇਸੇ ਤਰ੍ਹਾਂ ਪਾਲੀ ਸਾਈਡ ਤੇ ਜਿਹੜਾ ਹੈ ਜੀ, ਸਭ ਤੋਂ ਪਹਿਲੇ ਅੱਗੇ ਹੈ ਅਗਲੀ ਸਾਈਡ ਜਿਹੜੀ ਹੈ, ਇਹ ਆਪਾਂ ਡਿਜ਼ਾਈਨ ਕੀਤੀ ਸੀ ਜਾਲੀ ਇਹਦੀ ਜੀ। ਠੀਕ ਹੈ ਜੀ। ਇਹ ਜੋ ਸਭ ਕਿੱਥੇ ਲਿਖਿਆ ਤੁਸੀਂ ਡਿਜ਼ਾਈਨ? ਨਹੀਂ ਇਹ ਆਪ ਹੀ ਕੀਤਾ ਜੀ ਇਹਦਾ। ਇਹ ਮੈਸੀ ਦਾ ਜਿਹੜਾ ਹੈ ਨਾ ਜੀ, ਐਕਸਟਰਾ ਵੀਟੀ ਇਹਦਾ ਨਾਮ ਰੱਖਿਆ ਸੀ ਆਪਾਂ ਜੀ ਜੀ ਟੈਸਟ ਦਾ ਜੀ। ਠੀਕ ਹੋ ਗਿਆ ਜੀ। ਇਹ ਅੱਗੇ ਲਾਈਟਾਂ ਲਾਈਆਂ ਸੀ, ਇਹ ਨੀਚੇ ਲੱਗੇ ਸੀ। ਉਸ ਤੋਂ ਬਾਅਦ ਇੱਧਰ ਆ ਜਾਓ ਜੀ, ਇਹ ਦੇਖੋ ਜੀ, ਇਹ ਡੀਜ਼ਲ ਆ ਰਿਹਾ ਜੀ, ਟੈਂਕੀ ਚੋਂ ਡੀਜ਼ਲ ਆ ਰਿਹਾ ਜੀ, ਡੀਜ਼ਲ ਇਹਦੇ ਅੰਦਰ ਜਾ ਰਿਹਾ ਜੀ। ਇੱਥੋਂ ਡੀਜ਼ਲ ਨੂੰ ਠੰਡਾ ਹੋ ਕੇ ਫਿਰ ਡੀਜ਼ਲ ਅੱਗੇ ਜਾ ਰਿਹਾ।
ਅੱਛਾ ਅੱਛਾ ਅੱਛਾ। ਯਾਨੀ ਕਿ ਡੀਜ਼ਲ ਨੂੰ ਵੀ ਠੰਡਾ ਕਰਕੇ ਅੱਗੇ ਆਏਗਾ ਜੀ। ਇਹ ਹੁਣ ਸਮਝ ਲਓ, ਦੇਖ ਲਓ ਵੀ ਮੇਰਾ ਖਿਆਲ ਕਾਫੀ ਚੱਲ ਗਿਆ ਟਰੈਕਟਰ ਇਹ ਜ਼ਬਰਦਸਤ ਚੀਜ਼ ਹੈ ਜੀ। ਇਸ ਤੋਂ ਤੁਸੀਂ ਵੱਡਾ ਵੀ ਕਰ ਸਕਦੇ ਆ, ਇਹਨੂੰ ਛੋਟਾ ਵੀ ਕਰ ਸਕਦੇ ਇਹਨੂੰ ਤੁਸੀਂ ਕੀ ਕਹਿੰਦੇ ਆ? ਕੂਲਰ, 에ਅਰ ਕੂਲਰ ਇਹਨੂੰ ਆਂਦੇ? ਇਹਨੂੰ ਤੁਸੀਂ ਇਹੀ ਕਹਿ ਸਕਦੇ ਆ, ਕੂਲਰ ਹੀ ਹੈ ਨਾ ਇਹ। ਹਾਂਜੀ। ਇਹ ਡੀਜ਼ਲ ਨੂੰ ਠੰਡਾ ਕਰ ਰਿਹਾ ਹੈ। ਜੇ ਡੀਜ਼ਲ ਠੰਡਾ ਕਰਨ ਵਾਲਾ? ਹਾਂਜੀ, ਡੀਜ਼ਲ ਦੇਖੋ, ਇਹ ਡੀਜ਼ਲ ਆਏਗਾ ਇਹਦੇ ਵਿੱਚ। ਠੀਕ। ਇੱਥੋਂ ਸਾਰਾ ਥੱਲੇ ਹੋਏਗਾ, ਠੰਡਾ ਹੋਏਗਾ, ਇੱਥੋਂ ਫਿਰ ਵਾਪਸ ਆ ਜਾਏਗਾ। ਇਹ ਚੋਰ ਸਾਹਿਬ, ਇਹ ਕਿਸੇ ਟਰੈਕਟਰ ਨੂੰ ਲੱਗਾ ਹੁੰਦਾ ਵਾ ਡੀਜ਼ਲ ਨੂੰ ਠੰਡਾ ਕਰਨ ਵਾਲਾ? ਇਹ ਡੀਜ਼ਲ ਨੂੰ ਠੰਡਾ ਕਰਨ ਵਾਲਾ ਜਿਹੜਾ 2024 ਦਾ ਮਾਡਲ ਆਇਆ ਨਾ, ਇੰਡੀਅਨ ਟਰੈਕਟਰ ਤੇ ਮੈਸੀ ਦਾ, ਉਹਨੂੰ ਇਹ ਲੱਗਾ ਹੋਇਆ ਜੀ। ਅੱਛਾ, ਸਿਰਫ ਉਹਨੂੰ ਤੁਸੀਂ ਵੇਖ ਕੇ? ਹਾਂਜੀ, ਉਹਨੂੰ ਲੱਗਾ ਸੀਗਾ ਤੇ ਉਹ ਤੋਂ ਫਿਰ ਦੇਖਿਆ ਕਿ ਇਹ ਡੀਜ਼ਲ ਠੰਡਾ ਕਰਨ ਦਾ ਫਾਇਦਾ ਕੀ ਹੋਏਗਾ ਇਹਦਾ। ਜਦੋਂ ਡੀਜ਼ਲ ਠੰਡਾ ਜਾਏਗਾ ਨਾ, ਟਰੈਕਟਰ ਹੀਟ ਅਪ ਹੁੰਦਾ। ਡੀਜ਼ਲ ਜਦੋਂ ਠੰਡਾ ਹੁੰਦਾ ਨਾ ਜੀ, ਉਹਦੇ ਵਿੱਚ ਡੀਜ਼ਲ ਦੀ ਫਿਰ ਐਵਰੇਜ ਬਿਹਤਰ ਹੋ ਜਾਂਦੀ ਹੈ। ਅੱਛਾ, ਯਾਨੀ ਕਿ ਠੰਡੇ ਡੀਜ਼ਲ, ਬਾਕੀ ਹੋਰ ਕੋਈ ਫਾਇਦਾ ਨਹੀਂ ਇਹਦਾ। ਸਿਰਫ ਡੀਜ਼ਲ ਜਿਹੜਾ ਹੈ ਨਾ, ਉਹ ਠੰਡਾ ਹੋ ਕੇ ਜਦੋਂ ਜਾਏਗਾ ਨਾ, ਉਹਦੀ ਕਾਰਕਰਦਗੀ ਵੱਧ ਜਾਏਗੀ, ਯਾਨੀ ਕਿ ਡੀਜ਼ਲ ਘੱਟ ਖਰਚ ਹੋਏਗਾ। ਕੀ ਤੁਸੀਂ ਫਰਕ ਮਹਿਸੂਸ ਕੀਤਾ ਵਾ? ਬਿਲਕੁਲ ਹੈ, ਹਾਂਜੀ ਬਿਲਕੁਲ ਹੈ ਜੀ। ਇਹ ਤਾਂ ਜਦੋਂ ਟਰੈਕਟਰ ਚੱਲਦਾ ਹੋਏਗਾ ਨਾ ਜੀ, ਤੁਸੀਂ ਇਹਦੇ ਅੱਗੇ ਹੱਥ ਲਾਓ ਇੱਥੋਂ, ਇਹ ਬਹੁਤ ਜ਼ਿਆਦਾ ਠੰਡਾ ਹੋਏਗਾ। ਇਹ ਠੰਡਾ ਹੋਏਗਾ ਤੇ ਇਹ ਬਾਕੀ ਚੀਜ਼ਾਂ ਜਿਹੜੀਆਂ ਕੋਈ ਡੀਜ਼ਲ ਆਪੇ ਆ ਰਿਹਾ, ਆਪੇ ਇਹਦੇ ਉੱਤੇ ਕੋਈ ਪੰਪ ਜਾਂ ਕੋਈ ਚੀਜ਼ ਨਹੀਂ ਲੱਗੀ ਹੈਗੀ। ਸਿੱਧਾ ਹੀ ਡੀਜ਼ਲ ਇਹਦੇ ਵਿੱਚ ਆ ਰਿਹਾ, ਥੱਲੇ ਡੀਜ਼ਲ ਜਿਹੜਾ ਉਹ ਸਿੱਧਾ ਯਾਰ ਕੋਈ ਇੱਥੇ ਆ ਰਿਹਾ। ਇਹਨੂੰ ਕੋਈ ਪੰਪ ਨਹੀਂ ਲੱਗਾ? ਕੋਈ ਪੰਪ ਨਹੀਂ, ਕੋਈ ਚੀਜ਼ ਨਹੀਂ। ਆਹ ਹੀ ਪਾਈਪ ਆਉਣਾ ਸੀ ਨਾ, ਸਿੱਧਾ ਇੱਥੇ ਲੱਗਣਾ ਸੀ। ਹਾਂਜੀ, ਆਪਾਂ ਉਹਨੂੰ ਕੱਟ ਕੇ ਸੈਂਟਰ ਚੋਂ ਇਹ ਇੱਧਰ ਕਰ ਦਿੱਤਾ, ਉਹਨੂੰ ਇੱਧਰ ਲੈ। ਤੇ ਸਹੀ ਚੱਲ ਰਿਹਾ ਡੀਜ਼ਲ ਇਹਦੇ ਵਿੱਚ? ਹਾਂਜੀ, ਜ਼ਬਰਦਸਤ ਚੱਲ ਜਦੋਂ ਰਿਹਾ। ਆਂਦਾ ਥੱਲੇ ਆਣਗੇ। ਹਾਂਜੀ ਭਾਈ ਬਾਤ ਹੈ, ਇੱਕ ਟਰਬੋ ਦੇ ਬਾਰੇ ਆਪਣੀ ਰਾਏ ਦਿਓ। ਤੁਸੀਂ ਅੱਗੇ ਵੀ ਅਕਸਰ ਵੀਡੀਓ ਦੱਸਿਆ ਕਿ ਟਰਬੋ ਐਸੇ ਇੰਜਨ ਨੂੰ ਨਹੀਂ ਲੱਗਦੀ, ਲੇਕਿਨ ਫੇਰ ਵੀ ਬੰਦੇ ਟਰਬੋ ਲਾ ਰਹੇ ਆ ਇਸੇ ਇੰਜਨਾਂ ਨੂੰ, ਤੇ ਉਹ ਕੀ ਰਾਏ ਵਾ ਤੁਹਾਡੀ ਟਰਬੋ ਦੇ ਬਾਰੇ? ਕੋਈ ਦੇਖੋ ਜੀ, ਸਭ ਤੋਂ ਪਹਿਲੇ ਤੇ ਟਰਬੋ ਇੰਜਨ ਹੀ ਨਹੀਂ ਹੈ ਇਹ। ਬਿਲਕੁਲ। ਅਗਰ ਤੁਸੀਂ ਇਹਨੂੰ ਕਰਨਾ ਚਾਹੁੰਦੇ ਨਾ ਟਰਬੋ ਵੀ, ਅਗਰ ਤੁਸੀਂ ਇਹਦੇ ਨਾਲ ਲੋਡ ਦਾ ਕੰਮ ਕਰੋਗੇ ਨਾ, ਫਿਰ ਨੁਕਸਾਨ ਹੋਏਗਾ। ਅਗਰ ਤੁਸੀਂ ਆਰਾਮ ਨਾਲ ਲਈ ਫਿਰੋਗੇ ਸ਼ੌਕੀਆ ਤੌਰ ਤੇ, ਫਿਰ ਕੁਝ ਨਹੀਂ। ਇਹਦੇ ਇਹ ਕਿ ਇੱਕ ਤੇ ਟਰਬੋ ਰਿੰਗ ਹੋਣੇ ਚਾਹੀਦੇ ਇਹਨੂੰ, ਠੀਕ ਹੈ ਜੀ। ਟਰਬੋ ਰਿੰਗ ਪਿਸਟਨ ਹੋਣੇ ਚਾਹੀਦੇ ਆ। ਦੂਸਰੇ ਨੰਬਰ ਦੇ ਹੁੰਦੇ ਇਹਦੇ ਬਲਾਕ ਦੇ ਅੰਦਰ ਲੱਗੇ ਹੁੰਦੇ ਆ ਸ਼ਾਵਰ। ਹਾਂਜੀ, ਟਰਬੋ ਨੂੰ, ਠੀਕ ਹੈ ਜੀ। ਉਹ ਸ਼ਾਵਰ ਲੱਗੇ ਹੁੰਦੇ ਆ। ਉਹ ਸ਼ਾਵਰ ਫਿਰ ਜਿਹੜਾ ਉਹ ਤੇਲ ਨੂੰ ਠੰਡਾ ਰੱਖਦੇ ਅੰਦਰਲੀ ਸਾਈਡ ਤੇ, ਠੀਕ ਹੈ ਜੀ। ਫਿਰ ਉੱਥੇ ਟਰਬੋ ਜਿਹੜੀ ਉਹ ਥੋੜਾ ਚਿਰ ਚੱਲ ਜਾਂਦੀ ਹੈ, ਲੇਕਿਨ ਉਹ ਸ਼ਾਵਰ ਜਿਹੜੇ ਇਸ ਬਲਾਕ 'ਚ ਸ਼ਾਵਰ ਲਾਉਂਦੇ ਆ ਨਾ, ਅਗਰ ਤੁਸੀਂ ਤੇਲ ਨਹੀਂ ਟਾਈਮ ਨਾਲ ਬਦਲਦੇ ਹੈਗੇ, ਉਹ ਸ਼ਾਵਰ ਵੀ ਬੰਦ ਹੋ ਜਾਂਦੇ ਆ। ਠੀਕ ਹੋ ਗਿਆ ਜੀ। ਫਿਰ ਉਹ ਸ਼ਾਵਰ ਦਾ ਹੁੰਦਾ ਵਾ ਕਿ ਇਹਦੇ ਵਿੱਚ ਬਲਾਕ ਦੇ ਅੰਦਰ, ਯਾਨੀ ਕਿ ਜਦੋਂ ਪਿਸਟਨ ਥੱਲੇ ਹੁੰਦਾ ਨਾ, ਜੈਨੂਨ ਹੁੰਦੇ, ਅਗਰ ਆਪ ਲਾਓ ਤਾਂ ਉਹ ਨਹੀਂ ਚੀਜ਼ ਰਹਿੰਦੀ ਸਹੀ। ਉਹ ਹੋਣੇ ਚਾਹੀਦੇ ਇਹਨੂੰ, ਠੀਕ ਹੈ ਜੀ। ਇਨਸ਼ਾਅੱਲਾ ਤਾਲਾ ਆਪਾਂ ਆਉਣ ਵਾਲੇ ਦਿਨਾਂ ਦੇ ਵਿੱਚ ਇੱਕ ਟਰੈਕਟਰ ਤਿਆਰ ਕਰ ਰਹੇ ਹਾਂ 125 ਹਾਰਸ ਪਾਵਰ ਦਾ। ਉਹ ਆਪਣਾ ਪੂਰੇ ਪਾਕਿਸਤਾਨ ਚੈਨਲ ਹੋਏਗਾ ਕਿ ਅਗਰ ਕੋਈ ਵੀ ਕੰਪਨੀ, ਉਹ ਮਿਲਤ ਕੰਪਨੀ, ਉਹ ਫੀਟ ਕੰਪਨੀ, ਉਹ ਬਰਾਕ, ਉਹ ATS, ਉਹ ਫਲਾਨਾ ਵਾ, ਉਹ ਆਪਣਾ ਟਰੈਕਟਰ ਲੈ ਕੇ ਚੱਲ ਜਾਣ। ਕੋਈ ਆਮ ਬੰਦਾ ਵੀ ਲੈ ਕੇ ਚੱਲ ਜਾਵੇ, ਉਹਦੀ ਪਾਵਰ ਚੈੱਕ ਕਰ ਲਵੇ। ਇਨਸ਼ਾਅੱਲਾ ਤਾਲਾ 125 ਹਾਰਸ ਪਾਵਰ ਦਾ ਟਰੈਕਟਰ ਹੋਏਗਾ ਉਹ। ਉਹਨੂੰ ਆਪਾਂ ਇਹ ਬਲਾਕ ਨਹੀਂ ਆਪਾਂ ਛੇੜਿਆ ਉਹਨੂੰ, ਉਹਦੇ ਵਿੱਚ ਆਪਾਂ ਇੰਜਨ ਹੀ ਜਿਹੜਾ ਹੈ ਨਾ, ਉਹੀ 125 ਹਾਰਸ ਪਾਵਰ ਦਾ ਰੱਖ ਰਹੇ ਹਾਂ ਉਹਦੇ ਅੰਦਰ। 125 ਹਾਰਸ ਪਾਵਰ ਦਾ ਇੰਜਨ ਹੋਏਗਾ, ਗੇਅਰ ਉਹਦਾ ਚੇਂਜ ਹੋਏਗਾ, ਪਿਛਲਾ ਹਿੱਸਾ ਉਹਦਾ ਚੇਂਜ ਹੋਏਗਾ, ਜਿਹੜਾ ਆਪਾਂ ਟਰੈਕਟਰ ਤਿਆਰ ਕਰ ਰਹੇ ਹਾਂ। ਹਾਂਜੀ, ਉਹ ਇਨਸ਼ਾਅੱਲਾ ਤਾਲਾ ਜਲਦੀ ਮਾਰਕੀਟ 'ਚ ਆ ਜਾਏਗਾ ਉਹ ਵੀ। ਵੈਰੀ ਗੁੱਡ। ਹਾਂਜੀ, ਤਾਂ ਉਹ ਕੋਸ਼ਿਸ਼ ਮੇਰੀ ਹੈਗੀ ਆ ਕਿ ਇੱਕ ਦਬੰਗ ਲੈ ਕੇ ਨਾ ਜੀ, ਤੇ ਦਬੰਗ ਨੂੰ ਵੀ ਤਿਆਰ ਕਰਨ ਦੀ ਆਉਣ ਵਾਲੇ ਦਿਨਾਂ ਦੇ ਵਿੱਚ ਇੱਕ ਦਬੰਗ ਵੀ ਆਪਾਂ ਲੈ ਕੇ ਤਿਆਰ ਕਰਾਂਗੇ ਪੁਰਾਣਾ ਕੋਈ। ਉਹ ਵੀ ਆਪਾਂ ਫਿਰ ਕੰਪਨੀ ਨੂੰ ਦਿਖਾਵਾਂਗੇ ਇਨਸ਼ਾਅੱਲਾ ਤਾਲਾ ਵੀ ਉਹਦਾ ਪਲੇਟਫਾਰਮ ਕਿਸ ਤਰ੍ਹਾਂ ਆਪਾਂ ਕਰਦੇ ਆ। ਡੀਜ਼ਲ ਟੈਂਕੀ ਦਾ ਮਸਲਾ, ਕਿਉਂਕਿ ਉਹ ਅਸੀਂ ਰੱਖਿਆ ਸੀ 2019 ਦੇ ਵਿੱਚ, ਜਿਹੜੇ ਉਹਦੇ ਵਿੱਚ ਮਸਲੇ ਆਉਂਦੇ ਸੀ ਨਾ ਉਸ ਟਾਈਮ, ਉਹ ਹੁਣ ਵੀ ਉਹੀ ਮਸਲੇ ਆ ਰਹੇ ਆ। ਲੇਕਿਨ ਇਨਸ਼ਾਅੱਲਾ ਤਾਲਾ ਉਹ ਜਦੋਂ ਆਪਾਂ ਤਿਆਰ ਕਰਾਂਗੇ ਉਹਦੇ ਵਿੱਚ ਉਹ ਮਸਲੇ ਨਹੀਂ ਆਉਣਗੇ ਇਨਸ਼ਾਅੱਲਾ। ਗੁੱਡ ਹੋ ਗਿਆ। ਬਾਕੀ ਇਹ ਆਪਾਂ ਜੀ ਇਹ ਰੱਖੇ ਤੇ ਹੈਗੀ ਮੈਂ ਟੈਂਕੀ ਲਾਉਣ ਵਾਸਤੇ, ਠੀਕ ਹੈ ਜੀ। ਹਾਂਜੀ, ਇਹਦੇ ਅੰਦਰ ਆਪਣਾ ਲਾਵਾਂਗੇ ਡੀਜ਼ਲ ਟੈਂਕੀ ਜੀ। ਇੱਥੇ ਡੀਜ਼ਲ ਟੈਂਕੀ ਆਪਾਂ ਲਾਵਾਂਗੇ, ਇੱਥੇ ਹੋਏਗੀ ਆਪਣੀ ਸਿਰਫ 60 ਲੀਟਰ ਦੀ ਡੀਜ਼ਲ ਟੈਂਕੀ। ਠੀਕ ਹੋ ਗਿਆ ਜੀ। ਜਿਹੜਾ ਇੱਕ ਸਾਈਡ ਤੇ, ਕਿਉਂਕਿ ਉਹ ਜਿਹੜਾ ਆਪਾਂ ਟਰੈਕਟਰ ਤਿਆਰ ਕਰ ਰਹੇ ਹਾਂਗੇ ਨਾ ਜੀ, ਉਹਦੇ ਬਾਰੇ ਮੈਂ ਦੱਸਣ ਲੱਗਾ। ਉਹਨੂੰ ਆਹੀ ਹੋਏਗਾ, ਪਲੇਟਫਾਰਮ ਇਹੀ ਹੋਏਗਾ। ਡੀਜ਼ਲ ਟੈਂਕੀ ਇੱਥੇ ਹੋਏਗੀ ਸਿਰਫ 60 ਲੀਟਰ ਦੀ। ਠੀਕ। ਬਾਕੀ ਆਪਾਂ ਇਹ ਚੀਜ਼ ਜਿਹੜੀ ਹੈ ਨਾ, ਉਹਦਾ ਇੰਜਨ ਦਾ ਸਾਈਜ਼ ਜਿਹੜਾ ਨਾ ਉਹ ਆ ਜਾਂਦਾ ਇੱਥੇ। ਇਹਦੇ ਨਾਲ ਵੱਡਾ ਇੰਜਨ ਥੋੜਾ ਇਹਦੇ ਨਾਲ ਵੱਡਾ ਵਾ, ਇਸੇ ਸਾਰੇ ਚਾਹੇਗਾ। ਇੰਜਨ ਆਪਣਾ ਇੱਥੇ ਆ ਜਾਏਗਾ, ਇਹ ਆਪਣਾ ਇੱਥੇ ਆ ਜਾਏਗਾ। ਅੱਗੇ ਟੈਂਕੀ ਦੀ ਜਗ੍ਹਾ ਜਿਹੜੀ ਉਹ ਅੱਧੀ ਟੈਂਕੀ ਦੀ ਜਗ੍ਹਾ ਰਹਿ ਜਾਣੀ। ਅਗਰ 110 ਲੀਟਰ ਦੀ ਨਾ, ਉਹ ਆਪਾਂ 60 ਲੀਟਰ ਦੀ ਡੀਜ਼ਲ ਟੈਂਕੀ ਅੱਗੇ ਹੋਏਗੀ। ਅੱਗੇ ਵੀ ਡੀਜ਼ਲ ਟੈਂਕੀ ਪਲਾਸਟਿਕ ਦੀ ਹੋਏਗੀ, ਇੱਥੇ ਵੀ ਪਲਾਸਟਿਕ ਦੀ ਹੋਏਗੀ। ਔਰ ਇਹਦੇ ਵਿੱਚ ਆਟੋਮੈਟਿਕ ਲੱਗਾ ਹੋਏਗਾ। ਜਦੋਂ ਅਗਲੀ ਟੈਂਕੀ ਜਿਹੜੀ ਹੈ ਨਾ, ਇਹਦਾ ਨਹੀਂ ਖਤਮ ਨਹੀਂ ਹੋਏਗੀ। ਅਗਲੀ ਟੈਂਕੀ ਦਾ 10 ਲੀਟਰ ਡੀਜ਼ਲ ਘਟੇਗਾ, ਪਿਛਲੀ ਆਟੋਮੈਟਿਕ ਆਪੀ ਇਹਦੇ ਵਿੱਚ ਲਿਆਏਗੀ। ਠੀਕ ਹੈ ਜੀ। ਜਦੋਂ 10 ਲੀਟਰ ਘਟ ਗਿਆ, ਫਿਰ ਜਦੋਂ 10 ਲੀਟਰ ਘਟੇਗਾ ਆਟੋਮੈਟਿਕ, ਉਹ ਫਿਰ ਉੱਥੇ ਲੈ ਕੇ, ਔਰ ਉਹ ਇਸ਼ਾਰਾ ਵੀ ਹੋਏਗਾ ਕਿ ਦੱਸੇਗਾ ਵੀ ਮੈਂ ਇਸ ਟੈਂਕੀ ਦੇ ਵਿੱਚੋਂ ਇੰਨਾ ਡੀਜ਼ਲ ਅਗਲੀ ਟੈਂਕੀ ਨੂੰ ਦੇ ਦਿੱਤਾ ਵਾ। ਬਾਕੀ ਉਹਨੂੰ ਖੁਸ਼ਕ 에ਅਰ ਕਲੀਨਰ ਹੋਏਗਾ ਉਹਦਾ ਇਨਸ਼ਾਅੱਲਾ ਤਾਲਾ। ਅੱਗੇ ਉੱਪਰ ਅਲਾਰਮ ਹੋਏਗਾ ਵੀ ਖੁਸ਼ਕ 에ਅਰ ਕਲੀਨਰ ਜਿਹੜਾ ਤੁਹਾਡਾ ਅਗਰ ਚੋਕ ਹੋ ਗਿਆ ਵਾ, ਉਹ ਤੁਹਾਨੂੰ ਦੱਸੇਗਾ ਕਿ ਚੋਕ ਹੋ ਗਿਆ। ਠੀਕ ਹੈ ਜੀ। ਬਾਕੀ ਇਨਸ਼ਾਅੱਲਾ ਬੈਕ ਸਾਈਡ ਦੇ ਉੱਤੇ ਸੈਂਸਰ ਲੱਗੇ ਹੋਣਗੇ ਵੀ ਰਾਤ ਦੇ ਟਾਈਮ ਜਦੋਂ ਚਲਾਏਗਾ, ਕਿ ਜਦੋਂ ਵੀ ਉਹ ਸੈਂਸਰ ਦੀ ਰੇਂਜ ਆਏਗਾ, ਕੋਈ ਵੀ ਚੀਜ਼ ਆਏਗੀ ਉਹ ਵੀ ਤੁਹਾਨੂੰ ਦੱਸੇਗਾ। ਅਗਰ ਫੈਨ ਬੈਲਟ ਢਿੱਲਾ ਹੋਏਗਾ ਉਹ ਵੀ ਦੱਸੇਗਾ ਅੱਗੇ ਡੈਸ਼ਬੋਰਡ ਦੇ ਵਿੱਚ। ਯਾਨੀ ਕਿ ਇਨਸ਼ਾਅੱਲਾ ਤਾਲਾ ਜਿਹੜੇ ਹੋਏਗਾ ਡੈਸ਼ਬੋਰਡ ਜਿਹੜਾ ਉਹਦਾ ਟੋਟਲ ਡਿਜੀਟਲ ਕਰਾਂਗੇ ਆਪਾਂ।
ਭਾਈ ਬਾਤ ਹੈ ਅਕਸਰ ਮੈਂ ਦੇਖਿਆ ਟੈਂਕੀ ਚਲੋ ਇੱਧਰ ਲਾਤੀ ਆ ਉਹਨਾਂ ਕੋਲ ਚਲਾਈ 'ਚ ਫਰਕ ਆਊਗਾ ਅਕਸਰ ਦੇਖੋ ਜੀ ਮੈਂ ਤੁਹਾਨੂੰ ਦੱਸ ਦਿੰਦਾ ਜੀ, ਦੇਖੋ ਟੈਂਕੀ ਜਦੋਂ ਟੈਂਕੀ ਇੱਥੇ ਲਾਉਂਦੇ ਨੇ ਫਰਕ ਨਹੀਂ ਆਏਗਾ। ਹਾਂਜੀ ਜਦੋਂ ਟੈਂਕੀ ਇੱਥੇ ਤੁਸੀਂ ਕਰੋਗੇ ਨਾ, ਇਹ 85 ਟਰੈਕਟਰ ਦਾ ਡਿਜ਼ਾਈਨ ਜਿਹੜਾ ਨਾ ਗੋਰੇ ਨੇ ਇਹਦਾ ਡਿਜ਼ਾਈਨ ਐਵੇਂ ਨਹੀਂ ਕਰ ਦਿੱਤਾ। ਜਦੋਂ ਤੁਸੀਂ ਡਿਜ਼ਾਈਨ ਨੂੰ ਛੇੜਦੇ ਨਾ ਸਾਰਾ ਕੁਝ ਮੱਦੇਨਜ਼ਰ ਰੱਖਣਾ ਪੈਂਦਾ। ਜਦੋਂ ਆਪਾਂ ਟੈਂਕੀ ਇੱਥੇ ਲੈ ਆਂਦੇ ਨਾ, ਅੱਗੇ ਟੈਂਕੀ ਖਾਲੀ ਕਰਤੀ, ਟਰੈਕਟਰ ਅੱਗੇ ਹੋ ਜਾਂਦਾ ਹਲਕਾ। ਜਦੋਂ ਟਰੈਕਟਰ ਅੱਗੇ ਹਲਕਾ ਹੋ ਗਿਆ, ਟਰੈਕਟਰ ਦੀ ਕਾਰਕਰਦਗੀ ਨਹੀਂ ਹੋ ਚੱਲੇਗੀ। ਡਿਸਕਾਂ ਦੇ ਉੱਪਰ ਜਦੋਂ ਤੁਸੀਂ ਤੋੜੋਗੇ ਅੱਗੇ ਟੱਪਦਾ ਫਿਰੇਗਾ। ਠੀਕ ਹੈ ਜੀ, ਨਾ ਟਰੈਕਟਰ ਦੀ ਖਿਚਾਈ ਰਹਿਣੀ ਹੈ ਕਿਉਂਕਿ ਇਹਦਾ ਬੈਲੈਂਸ ਰਹੇ। ਮੈਂ ਇਸ ਵਾਸਤੇ ਕਿਹਾ ਕਿ 50 ਲੀਟਰ ਦੀ ਟੈਂਕੀ ਇੱਥੇ ਹੋਏਗੀ, 50 ਦੀ ਇੱਥੇ ਹੋਏਗੀ। ਉਸ ਤੋਂ ਬਾਅਦ ਦੇ ਵਿੱਚ ਆਪਾਂ ਇਹ ਦੇਖੋ 10 ਵੇਟ ਲਾਏ ਇੱਥੇ, ਇਹਦੇ ਵਿੱਚ 10 ਵੇਟ ਲੱਗਣੇ ਇੱਥੇ ਅੱਗੇ। ਠੀਕ ਹੈ ਜੀ, ਜਿਹੜਾ ਉਹਦਾ ਬੈਲੈਂਸ ਹੋਏਗਾ, ਵੇਟ ਦਾ ਬੈਲੈਂਸ ਜਿਹੜਾ ਉਹ ਆਪਾਂ ਇੱਥੇ ਕਵਰ ਕੀਤਾ ਆ ਕੇ। ਠੀਕ ਹੈ ਜੀ, ਪੁਸ਼ ਕਵਰ ਇੱਥੇ ਹੋ ਗਿਆ। 60 ਲੀਟਰ ਆ ਹੋ ਗਿਆ, 60 ਲੀਟਰ ਵਜ਼ਨ ਆਪਾਂ ਪਿੱਛੇ ਦੇ ਦਿੱਤਾ। ਉਹ 120 ਲੀਟਰ ਦੀ ਟੈਂਕੀ ਹੋ ਗਈ। ਬਾਕੀ ਜਿਹੜਾ ਵਜ਼ਨ ਅੱਗੇ ਵਜ਼ਨ ਘਟ ਗਿਆ ਉਹ ਆਪਾਂ ਇੱਥੇ ਅੱਗੇ ਹੋਰ ਪਾ ਨਹੀਂ ਸਾਈਡ ਦੀ ਵਜ਼ਨ ਦੀ ਗੱਲ ਕਰ ਰਿਹਾ ਨਾ, ਮਤਲਬ ਇੱਕ ਸਾਈਡ ਤੇ 60 ਕਿਲੋ ਨਹੀਂ, ਉਹ ਸਾਈਡ ਤੇ ਨਹੀਂ। ਇਹਦੇ ਦੇਖੋ ਨਾ, ਇੱਕ ਸਾਈਡ ਤੇ ਤਾਂ 60 ਹੋ ਗਿਆ, ਉਧਰਲੀ ਸਾਈਡ ਤੇ ਹੁਣ ਤੁਸੀਂ ਦੇਖੋ ਤੁਹਾਡੀ ਕੋਈ 25-30 ਕਿਲੋ ਦੀ ਬੈਟਰੀ ਵੀ ਤਾਂ ਹੈ ਨਾ। ਹਾਂਜੀ ਹੈਗੀ ਜੀ, ਹਾਂ ਬੈਟਰੀ ਵੀ ਤਾਂ ਹੈ ਨਾ। ਇਸ ਵਾਸਤੇ ਆਪਾਂ ਇੱਥੇ ਸਿਰਫ ਇਹ ਟੂਲ ਬਕਸ ਲਾਇਆ ਸੀ। ਇਹ ਫਸ ਗਿਆ ਸੀ ਇੱਥੇ। ਹੁਣ ਇਹ ਦੇਖੋ ਨਾ, ਇਹ ਟੂਲ ਬਕਸ ਲਾਇਆ ਆਪਾਂ ਇੱਥੇ। ਇਹਨੂੰ ਜਿੱਦਾਂ ਮਰਜ਼ੀ ਤੁਸੀਂ ਅੰਦਰ ਕਰੋ ਔਰ ਬਾਹਰ ਕਰੋ। ਦੇਖੋ ਨਾ, ਇਹ ਟੂਲ ਬਕਸ ਆਪਾਂ ਇੱਥੇ ਲਾ। ਹੁਣ ਆਪਾਂ ਇਹਨੂੰ ਟੈਂਕੀ ਜਿਹੜੀ ਲਾਉਣੀ ਹੈ ਨਾ ਜੀ, ਉਹ ਟੈਂਕੀ ਆਪਾਂ ਇੱਥੋਂ ਲਾਉਣੀ ਹੈ ਕਵਰ। ਉਹਦਾ ਇੱਥੇ ਆਏਗਾ, ਇੱਥੇ ਤੇਲ ਪਏਗਾ ਉਹਨੂੰ। ਠੀਕ ਹੋ ਗਿਆ ਜੀ। ਔਰ ਟੈਂਕੀ ਉਹ ਪਤਾ ਨਹੀਂ ਲੱਗੇਗਾ ਥੱਲੇ ਟੈਂਕੀ ਲੱਗੀ ਹੋਈ ਹੈ ਕਿਉਂਕਿ ਇਹਦੀ ਥੱਲੇ 360 ਨੂੰ ਲੱਗੀ 4 ਵੀਲ ਨੂੰ ਨਹੀਂ, ਉਹ ਵੀ ਨਹੀਂ ਹੋਏਗੀ। ਇਹਦੇ ਥੱਲੇ ਵਾਲੀ ਸਾਈਡ ਤੇ ਇਹਦੀਆਂ ਪੂਰੀਆਂ ਸਪੋਰਟਾਂ ਹੋਣਗੀਆਂ। ਜਿਸ ਜਗ੍ਹਾ ਤੇ ਹੈ ਨਾ ਆਪਣੇ ਇੱਥੇ, ਇਸ ਤੋਂ ਇੱਥੇ ਟੈਂਕੀ ਆਏਗੀ ਬਸ। ਇਸ ਤੋਂ ਥੱਲੇ ਨੀਚੇ ਟੈਂਕੀ ਨਹੀਂ ਜਾਏਗੀ ਇਹਦੀ। ਯਾਨੀ ਕਿ ਉਹ ਦੇਖੋ ਨਾ, ਚੇਸੀ ਬਹੁਤ ਥੱਲੇ ਚਲ ਗਈ ਨਾ, ਲੇਕਿਨ ਇਹਦੀ ਉੱਪਰ ਹੀ ਰਹੇਗੀ ਟੈਂਕੀ। ਠੀਕ ਹੋ ਗਿਆ। ਬਾਕੀ ਉਹਦੇ ਆਪਾਂ ਮਦਗਾੜ ਜਿਹੜੇ ਆ ਇਹ ਆਪਾਂ ਗੋਲ ਕਰਾਂਗੇ। ਹੁਣ ਦੇਖੋ ਤੁਸੀਂ ਇੱਥੇ ਅਗਰ ਆਪਾਂ ਚਲਾਉਂਦੇ ਨਾ ਇਹਨੂੰ, ਗਾਰੇ ਦੇ ਵਿੱਚ ਕਿਸ ਚੀਜ਼ ਵੀ ਟਾਇਰ ਇਹਦੇ ਉੱਤੇ ਮਿੱਟੀ ਲੈ ਕੇ ਆਉਂਦੇ ਆ। ਫਿਰ ਉਹ ਆਪਣੇ ਇਹਦੇ ਪਾਇਦਾਨ ਵੀ ਜਿਹੜੇ ਹੈਗੇ ਨਾ, ਆਹ ਤਾਂ ਲੱਗਣੇ ਨਹੀਂ ਬਿਲਕੁਲ। ਉਹਨਾਂ ਦੀ ਇੱਥੋਂ ਗੋਲ ਦੀ ਸ਼ੇਪ ਆਏਗੀ ਸਿੱਧੀ ਐਸ ਕੱਟ ਦੇ ਉੱਤੇ, ਇੱਥੇ ਲੱਗਣਗੇ ਆ ਕੇ। ਇਹ ਸਾਰੀ ਚੀਜ਼ ਨੂੰ ਉਹ ਕਵਰ ਕਰਨਗੇ ਟਾਇਰ ਦੇ ਇੱਥੇ ਤਾਈਂ। ਸੇਫਟੀ ਇਹਦੇ ਉੱਪਰ ਨਹੀਂ ਆਏਗਾ। ਹਾਂ, ਨਾ ਕੋਈ ਗਾਰਾ ਪਏਗਾ, ਫਿਰ ਕਚਰਾ ਵੀ ਨਹੀਂ ਇਹਦੇ ਉੱਪਰ ਆਏਗਾ। ਠੀਕ ਹੈ। ਤੇ ਚੌਧਰੀ ਸਾਹਿਬ, ਬੜੇ ਜ਼ਿਮੀਂਦਾਰਾਂ ਦਾ ਸ਼ਿਕਵਾ ਹੈ ਕਿ ਸਾਈਡ ਸ਼ਿਫਟਰ ਗੇਅਰ, ਕੀ ਇਹ ਇੰਜਨ ਦੇ ਵਿੱਚ ਮੋਡੀਫਿਕੇਸ਼ਨ ਹੋ ਕੇ ਲੱਗ ਸਕਦੇ ਸ਼ਾਇਦ? ਦੇਖੋ ਜੀ, ਇਹਦੇ ਵਿੱਚ ਇਸ ਤਰ੍ਹਾਂ ਵਾ ਕਿ ਆਪਾਂ ਇਹਨੂੰ ਕਰ ਸਕਦੇ ਹਾਂ। ਸਾਈਡ ਸ਼ਿਫਟਰ ਗੇਅਰ ਕਰਨਾ ਕੋਈ ਮੁਸ਼ਕਿਲ ਕੰਮ ਨਹੀਂ ਇਹਦਾ ਹੈ, ਲੇਕਿਨ ਆਪਣਾ ਆ ਜਿਹੜਾ ਹੈ ਨਾ, ਇਹ ਆਪਾਂ ਨੂੰ ਲਿਆਉਣਾ ਪਏਗਾ ਚੱਕ ਕੇ ਇੱਥੇ। ਅੱਛਾ, ਇਹ ਚੀਜ਼ ਚੱਕ ਕੇ ਇੱਥੇ ਲਿਆਉਣੀ ਪਏਗੀ। ਜਦੋਂ ਇਹਦੇ ਇੱਥੇ ਆਏਗੀ ਨਾ ਗੇਅਰ ਦੇ ਬਰਾਬਰ ਇੱਥੇ, ਉਹ ਫਿਰ ਥੱਲੇ ਨੀਚੇ ਚੱਲ ਜਾਏਗਾ। ਨੀਚੇ ਫਿਰ ਆਪਾਂ ਗੇਅਰ ਦੇ ਉੱਥੋਂ ਪਾ ਕੇ ਇੱਕ ਗੇਅਰ ਇਧਰਲੀ ਸਾਈਡ ਤੇ ਲੈ ਜਾਵਾਂਗੇ, ਇੱਕ ਉੱਥੇ ਲੈ ਜਾਵਾਂਗੇ। ਅੱਛਾ, ਅਗਰ ਇਹਦੇ ਉੱਪਰ ਦੀ ਲਿਆਉਣਾ ਵਾ, ਉੱਪਰ ਦੀ ਤਾਂ ਜਦੋਂ ਮਰਜ਼ੀ ਲੈ ਆਈਏ, ਲੇਕਿਨ ਉਹ ਫਿਰ ਅੱਛਾ ਨਹੀਂ ਲੱਗਣਾਗਾ। ਆਪਾਂ ਇਹਨੂੰ ਜਦੋਂ ਵੀ ਲਿਆਵਾਂਗੇ, ਇਹਨੂੰ ਪਲੇਟਫਾਰਮ ਦੇ ਉੱਤੇ ਚੱਕਾਂਗੇ। ਦੇਖੋ ਨਾ ਜੀ, ਥੱਲੇ ਵਾਲੀ ਇਹ ਮਦਗਾੜ ਦੇ ਥੱਲੇ ਵਾਲੀ ਸਾਈਡ ਤੇ ਇੱਕ ਹੋਰ ਹੁੰਦੀ ਪਲੇਟ। ਹਾਂਜੀ, ਇਹ ਤੁਸੀਂ ਉਹ ਹੈ ਨਹੀਂ ਕੀ ਪਲੇਟ, ਇਹ ਇਹਦੇ ਨਾਲ ਹੀ ਹੈ, ਉਹ ਲਾਈ ਸਾਦੇ ਨੂੰ ਹੁੰਦੀ ਹੈ। ਹਾਂਜੀ, ਜਦੋਂ ਇਹ ਆਪਾਂ ਇਹਨੂੰ ਗਲਾਈ ਦੇ ਵਿੱਚ ਲਿਆਵਾਂਗੇ ਨਾ, ਇਹ ਚੀਜ਼ ਫਿਰ ਇੱਥੇ ਆ ਜਾਏਗੀ। ਹੋਰ ਉੱਚਾ ਹੋ ਜਾਏਗੀ, ਹੋਰ ਉੱਚਾ ਆ ਜਾਏਗਾ। ਫਿਰ ਪਲੇਟਫਾਰਮ ਵੀ ਉੱਚਾ ਹੋ ਜਾਏਗਾ, ਉਹ ਵੀ ਹੋ ਜਾਏਗਾ। ਇਹ ਵੀ ਉੱਚਾ ਕਰਨੀ ਪੈਣੀ ਸ਼ੋ ਵੀ। ਇਹ ਵੀ ਹਾਂਜੀ, ਸ਼ੋ ਵੀ ਥੋੜੀ, ਇਹਦੀ ਸ਼ੋ ਥੋੜੀ ਚੱਕਣੀ ਪਏਗੀ। ਲੇਕਿਨ ਆਪਾਂ ਜਦੋਂ ਦਬੰਗ ਨੂੰ ਇਹ ਕਰਨਾ ਨਾ ਸਾਰਾ ਸਿਸਟਮ, ਉਹਦੀ ਫਿਰ ਆਪਾਂ ਨੂੰ ਸ਼ੋ ਵੀ ਤਾਂ ਚੱਕਣੀ ਪੈਣੀ ਹੈ ਕਿਉਂਕਿ ਦਬੰਗ ਦੀ ਸ਼ੋ ਥੱਲੇ ਆ। ਸ਼ੋ ਤੋਂ ਉੱਤੇ ਪਲੇਟਫਾਰਮ ਜਿਹੜਾ ਨਾ ਸ਼ੋ ਤੋਂ ਉੱਚਾ ਹੋਏਗਾ, ਉਹ ਭੈੜਾ ਲੱਗੇਗਾ। ਆਪਾਂ ਉਹਦੀ ਸ਼ੋ ਵੀ ਚੱਕਾਂਗੇ, ਪਲੇਟਫਾਰਮ ਵੀ ਚੱਕਾਂਗੇ। ਗੁੱਡ ਹੋ ਗਿਆ। ਬਾਕੀ ਚੌਧਰੀ ਸਾਹਿਬ, ਮਜ਼ੀਦ ਇੱਕ ਪਿੱਛੇ ਤੁਸੀਂ ਚੇਂਜਿੰਗ ਕੀਤੀ ਪੀਟੀਓ ਦੇ ਵਿੱਚ, ਰਿਵਰਸ ਵਾਲੀ ਪੀਟੀਓ ਦੀ ਇਹਦੇ ਵਿੱਚ ਆਪਾਂ ਕੀਤੀ ਹੈ ਜੀ। ਇਹ ਰਿਵਰਸ ਪੀਟੀਓ ਵੀ ਇਹਦੀ ਹੈ, ਚੱਲਦੀ ਹੈ। ਇਹ ਪੀਟੀਓ ਚੱਲ ਰਹੀ ਹੈ ਜੀ। ਹੁਣ ਰੇਸ ਨਾਲ ਰੇਸ ਦੇਣਾ ਜਰਾ। ਠੀਕ ਹੋ ਗਿਆ ਜੀ। ਹਾਂਜੀ, ਇਹ ਰੇਸ ਨਾਲ ਚੱਲਦੀ ਹੈ ਜੀ। ਇੱਥੇ ਪੀਟੀਓ ਦਾ ਗੇਅਰ ਨਿਕਲ ਗਿਆ, ਰੇਸ ਜਿੰਨੀ ਮਰਜ਼ੀ ਦੇਈ ਜਾਓ, ਹੁਣ ਇਹ ਨਹੀਂ ਚੱਲੇਗੀ। ਠੀਕ ਹੋ ਗਿਆ ਜੀ। ਹੁਣ ਟਰੈਕਟਰ ਥੋੜਾ ਜਿਹਾ ਪਿੱਛੇ ਨੂੰ ਕਰਨਾ, ਜਿਹੜਾ ਬੈਕ ਗੇਅਰ ਲਾਉਣਾ। ਇਹ ਦੇਖੋ, ਇਹ ਬੈਕ ਐਸਾ ਆਉਂਦੇ ਇਹ ਐਸਾ ਘੁੰਮਦੀ ਬੈਕ। ਠੀਕ ਹੋ ਗਿਆ ਜੀ। ਹੁਣ ਅੱਗੇ ਨੂੰ ਕਰ ਦੇਣਾ। ਇਹ ਦੇਖੋ, ਉਹ ਦੂਸਰੀ ਸਾਈਡ ਨੂੰ ਘੁੰਮ ਪਏਗਾ। ਠੀਕ ਹੋ ਗਿਆ ਜੀ। ਪਿੱਛੇ ਨੂੰ ਟਰੈਕਟਰ ਜਾਏਗਾ ਤੇ ਹਾਂ, ਇਹ ਦੇਖੋ ਨਾ ਜੀ, ਬੈਕ ਚੱਲੇਗਾ ਤੇ ਪੁੱਠੀ ਆ ਪਿੱਛੇ ਚੱਲ ਪਈ। ਹਾਂ, ਰਿਵਰਸ ਘੁੰਮੇਗੀ, ਬੈਕ ਚੱਲੇਗਾ ਤੇ ਅੱਗੇ ਚੱਲੇਗਾ ਤੇ ਫਾਰਵਰਡ। ਇਹ ਚੈੱਕ ਕਰੋ ਜੀ। ਇਹ ਦੇਖੋ, ਅੱਗੇ ਨੂੰ ਟਰੈਕਟਰ ਚੱਲੇਗਾ। ਉਹ ਹੋ ਗਈ। ਜਦੋਂ ਆਪਾਂ 1 ਮਿੰਟ ਰੁਕਣਾ, ਜਿਹੜਾ ਜਦੋਂ ਆਪਾਂ ਇਹਨੂੰ ਇੱਥੇ ਕਰ ਦਿਆਂਗੇ, ਇਹ ਹੁਣ ਹੋ ਗਈ ਰੇਸ ਦਾ। ਰੇਸ ਦੇਣਾ ਜਰਾ, ਇਹ ਰੇਸ ਦੇ ਨਾਲ। ਜਦੋਂ ਇਹਨੂੰ ਵੀ ਖਾਲੀ ਕਰਨਾ ਆਪਾਂ, ਲਓ ਜੀ, ਰੋਕੀ ਰੇਸ ਦੇ ਦੇ ਮੌਕਲਾ ਛੱਡ। ਆਹ ਦੇਖੋ, ਹੁਣ ਬਸ ਇੱਥੇ ਖਤਮ ਹੋ ਗਈ, ਇਹਦਾ ਕਨੈਕਸ਼ਨ ਕੱਟਿਆ ਗਿਆ। ਇਹ ਚੌਧਰੀ ਸਾਹਿਬ, ਰਿਵਰਸ ਤੇ ਫਾਰਵਰਡ ਪੀਟੀਓ ਕਰਨ ਦਾ ਕੀ ਫਾਇਦਾ ਸਮਝਦੇ ਹੋ? ਇਹਦੇ ਵਿੱਚ ਦੇਖੋ ਜੀ, ਜਿਸ ਟਾਈਮ ਤੁਸੀਂ ਚਾਪਰ ਮਸ਼ੀਨ ਚਲਾ ਰਹੇ ਆ ਜੀ, ਉਹਦੇ ਵਿੱਚ ਅਗਰ ਗਾਲਾ ਫਸ ਜਾਂਦਾ ਵਾ,
ਉਹਦੇ ਵਿੱਚ ਤੁਹਾਡਾ ਟਾਈਮ ਵੀ ਜ਼ਾਇਆ ਹੋਏਗਾ, ਟੈਸਟ ਉਹਦੇ 'ਚ ਸਟਾਰਟ ਵੀ ਰਹੇਗਾ। ਹਾਂਜੀ ਇਹਨੂੰ ਤੁਸੀਂ ਗਰਾਊਂਡ ਪੀਟੀਓ ਕਰੋ, ਬੈਕ ਤੋੜੋ, ਗਾਲਾ ਤੁਹਾਡਾ ਬਾਹਰ ਚੱਲ ਜਾਏਗਾ। ਹੂੰ ਆਲੂ ਪਟ ਰਿਹਾ, ਆਲੂ ਵਾਲੇ ਡਿੱਗਰ 'ਚ ਚੱਲ ਗਈ, ਹਾਂਜੀ ਇਹਨੂੰ ਗਰਾਊਂਡ ਪੀਟੀਓ ਲਾਓ, ਪਿੱਛੇ ਕਰੋ ਤੇ ਉਹਨੇ ਸਾਰਾ ਸਮਾਨ ਬਾਹਰ ਕੱਢ ਦੂਗਾ ਪਿੱਛੇ, ਯਾਨੀ ਕਿ ਕਚਰਾ। ਗੁੱਡ ਹੋ ਗਿਆ। ਇਹ ਇਸ ਵਾਸਤੇ ਲਾਈਏ ਗਰਾਊਂਡ ਪੀਟੀਓ ਕਿ ਇੱਕ ਤਾਂ ਖਾਲੇ ਬੰਦੇ ਵਾਹਣ ਵਾਸਤੇ ਵੀ ਕੰਮ ਆ ਸਕਦੀ ਇਹ ਹੂੰ ਗਰਾਊਂਡ ਪੀਟੀਓ। ਬੈਕ ਘੁਮਾ ਲਓ, ਭਾਵੇਂ ਅੱਗੇ ਤੋੜ ਲਓ, ਜੇ ਗਰਾਊਂਡ ਪੀਟੀਓ ਲਾਓਗੇ ਤੇ ਗੁੱਡ। ਇਹਦਾ ਇਹ ਚੀਜ਼ਾਂ ਜੀ ਇਹਦੇ ਵਿੱਚ। ਠੀਕ ਹੋ ਗਿਆ ਚੋਈ ਸਾਹਿਬ, ਬਹੁਤ ਮਿਹਰਬਾਨੀ, ਬਹੁਤ ਸ਼ੁਕਰੀਆ। ਓਕੇ ਜੀ।